4.5 साल तो पहले बिजली आउंदी सी पंजाब 'ਚ ਜਾਂ ਮਾਫ ਸੀ ਜਾਂ ਕੀ ਸੀ। ਸੋ ਇਸ ਕਰਕੇ ਇਹ ਹੁਣ ਐਨ ਟਾਈਮ 'ਤੇ ਆ ਕੇ 3 ਮਹੀਨੇ ਸਰਕਾਰ 'ਚ ਰਹਿ ਗਏ। 3 ਮਹੀਨੇ ਵੀ ਨਹੀਂ, ਹੁਣ ਤਾਂ 80-82 ਦਿਨ ਹੀ ਰਹਿ ਗਏ। 80-82 ਦਿਨ 'ਚੋਂ 30-40 ਦਿਨ ਇਹਨਾਂ ਦੇ ਦਿੱਲੀ ਜਾਣਗੇ, 30-40 ਦਿਨ ਹੀ ਰਹਿ ਗਏ। 30-40 ਦਿਨਾਂ ਚੋਂ 10-15 ਦਿਨ ਉਹਨਾਂ ਦੀ ਲੜਾਈ ਲੜੂਈ ਹੋਊਗੀ, 15-20 ਦਿਨ ਹੀ ਰਹਿ ਗਏ। ਪਰ ਕੀ ਕਰ ਲੈਣਗੇ 15-20 ਦਿਨ? ਨਹੀਂ, ਇਹ ਤਾਂ ਦੇਖੋ ਪੂਰਾ ਪੰਜਾਬ ਨੂੰ ਪਹਿਲਾਂ ਕਿਉਂ ਨਹੀਂ, ਪਹਿਲਾਂ ਵਾਲਿਆਂ 'ਤੇ ਕਿਉਂ ਨਹੀਂ ਗੱਲ ਕਰਦੇ? ਇਹ ਘਰ ਘਰ ਨੌਕਰੀ ਦੀ ਗੱਲ ਕਿਉਂ ਨਹੀਂ ਕਰਦੇ? ਇਹ ਕਿਸਾਨਾਂ ਦੇ ਪੂਰੇ ਕਰਜ਼ੇ, ਸਾਰੇ ਕਰਜ਼ੇ ਆੜ੍ਹਤੀਆਂ ਦੇ ਵੀ, ਬੈਂਕਾਂ ਦੇ ਵੀ ਅਤੇ ਪ੍ਰਾਈਵੇਟ ਵੀ, ਤੇ ਮਾफ़ ਕਰਨ ਦੀ ਗੱਲ, ਉਹਦੀ ਗੱਲ ਕਿਉਂ ਨਹੀਂ ਕਰਦੇ? ਸੋ ਇਹ ਤਾਂ ਹੁਣ ਉਹੀ ਜਿਹੜੇ ਨੇ ਛੋਟੇ ਛੋਟੇ ਪੈਚ ਵਰਕ ਜਾਂ ਕਰਦੇ ਨੇ। ਚੰਨੀ ਸਾਹਿਬ ਨੇ ਪਹਿਲਾਂ ਵੀ ਕਿਹਾ ਸੀ ਵੀ ਅਸੀਂ ਸੜਕਾਂ 'ਤੇ ਪੈਚ ਵਰਕ ਕਰਤਾ ਸੀ। ਅਲੀ ਬਾਬਾ ਤਾਂ ਚੱਲ ਲਾਤਾ, ਜਿਹੜੇ ਬਾਕੀ ਨੇ 40 ਉਹਨਾਂ 'ਚੋਂ ਤਾਂ ਨਾਲ ਹੀ ਨੇ ਉਹ ਸਾਰੇ। ਸੋ ਇਸ ਕਰਕੇ ਇਕੱਲਾ ਚਿਹਰਾ ਬਦਲ ਕੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਜਿਹੜੀ ਹੈ ਅਸੀਂ ਹੁਣ ਇਮਾਨਦਾਰ ਹੋ ਗਏ ਜੀ, ਆ ਹੋ ਗਏ। ਚੰਨੀ ਸਾਹਿਬ ਕਿਰਪਾ ਕਰਕੇ ਹੈਲੀਕਾਪਟਰ ਦੀ ਚਾਬੀ ਜਿਹੜੀ ਹੈ ਉਹ ਆਪਦੇ ਜਿਹੜੇ ਕਿਸੇ ਅਲਮਾਰੀ ਲਮੂਰੀ 'ਚ ਰੱਖ ਦਿਓ, ਕਿਉਂਕਿ ਉਹਨੂੰ ਦੂਜੇ ਦਿਨ ਦਿੱਲੀ ਬੁਲਾ ਲੈਂਦੇ ਨੇ। ਉੱਥੋਂ ਪਤਾ ਨਹੀਂ ਕੀ ਕਰਕੇ ਆਉਂਦੇ ਨੇ, ਫਿਰ ਇੱਧਰ ਨੂੰ ਆ ਜਾਂਦੇ ਨੇ, ਫਿਰ ਰਾਤ ਨੂੰ ਕਹਿੰਦੇ ਦਿੱਲੀ ਆ ਜਾ। ਸੋ ਕਿਸਾਨ ਮਰੀ ਜਾਂਦਾ ਹੈ। ਉਹ ਪਹਿਲਾਂ ਹੀ ਆਪਦੀ ਜਿਹੜੀ ਫਸਲ ਹੈ ਉਹਦੇ ਆਪਦੀਆਂ ਜ਼ਮੀਨਾਂ ਪ੍ਰਤੀ ਉਹ ਚਿੰਤਤ ਸੀ। ਹੁਣ ਉਹਦੀਆਂ ਜਿਹੜੀਆਂ ਆਪਦੀਆਂ ਜ਼ਮੀਨਾਂ 'ਤੇ ਉਗਾਈ ਹੋਈ ਫਸਲ ਹੈ ਉਹ ਵੀ ਜਿਹੜੀ ਹੈ ਉਹ ਜਿਹੜੀ ਹੈ ਜਿਹਨੂੰ ਕਹਿੰਦੇ ਆ ਕਿ ਆਪਾਂ ਕੌਡੀਆਂ ਦੇ ਭਾਅ ਜਿਹੜੀ ਹੈ ਉਹਨੂੰ ਵੇਚਣ 'ਤੇ ਮਜਬੂਰ ਕਰ ਰਹੇ। ਇੱਕ ਪਾਸੇ ਪ੍ਰਧਾਨ ਮੰਤਰੀ ਕਹਿ ਰਹੇ MSP ਜਾਰੀ ਰਹੂਗੀ, ਅਤੇ ਦੂਜੇ ਪਾਸੇ MSP ਦੇਣ ਦੀ ਬਜਾਏ ਉਹ ਡਿਲੇ ਕਰ ਰਹੇ ਨੇ ਕਿ 11 ਦਿਨ ਅਸੀਂ ਹੋਰ ਡਿਲੇ ਕਰਾਂਗੇ। ਉਸ ਤੋਂ ਬਾਅਦ ਹੁਣ ਮੈਨੂੰ ਇਹ ਦੱਸੋ ਇਹਨਾਂ ਨੂੰ, ਕਿਉਂਕਿ ਇਹ ਅਫਸਰ ਨੇ ਇਸ ਏਸੀ ਕਮਰੇ 'ਚ ਬੈਠੇ ਰਹਿੰਦੇ ਆ, ਹਰ ਰੋਜ਼ ਹੁਣ ਤਰੇਲ ਪੈਂਦੀ ਹੈ ਰਾਤ ਨੂੰ, ਔਰ ਤਰੇਲ ਪੈਣ ਦਾ ਟਾਈਮ ਮਤਲਬ ਜੇ 9-10 ਵਜੇ ਸ਼ੁਰੂ ਹੁੰਦੀ ਹੈ, ਹਰ ਰੋਜ਼ ਉਹ ਅੱਧਾ ਘੰਟਾ ਘਟੀ ਜਾਊਗੀ। ਤਾਂ 8 ਵਜੇ ਤਰੇਲ ਪਊਗੀ, ਠੀਕ ਹੈ ਜੀ, ਫਿਰ 7 ਵਜੇ 'ਤੇ ਆ ਜੂ। ਹੁਣ ਡਿਲੇ ਕਰਕੇ ਨਵੀਂ ਘਟੂਗੀ ਜਾਂ ਨਵੀਂ ਵਧੂ, ਉਹ ਤਾਂ ਹਜੇ ਇਹ ਨਹੀਂ ਪਤਾ ਲੱਗ ਰਿਹਾ ਕਿਹੜਾ ਮੰਤਰੀ ਪੱਕਾ ਹੈ, ਕਿਹੜਾ ਕੱਚਾ ਹੈ, ਕਿਹੜਾ ਡੈਪੂਟੇਸ਼ਨ 'ਤੇ ਹੈ, ਕਿਹਨੂੰ ਹਜੇ ਪੈਨ ਮਿਲ ਗਿਆ ਜਾਂ ਕਿਹਦਾ ਪੈਨ ਖੋਇਆ ਜਾਣਾ ਹੈ। ਉਹ ਤਾਂ ਆਪਦੀ ਕੁਰਸੀ ਦੀ ਲੜਾਈ 'ਚ ਲੱਗੇ ਹੋਏ ਨੇ, ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਕਿਸਾਨਾਂ ਨਾਲ। ਅੱਤਵਾਦੀ, ਨਕਸਲੀ, ਮਵਾਲੀ, ਗੁੰਡੇ, ਪਤਾ ਨਹੀਂ ਕੀ ਕਿਹਾ, ਪਰ ਉਹ ਅੰਨਦਾਤਾ ਜਿਹੜਾ ਉੱਥੇ ਡਟਿਆ ਹੋਇਆ। ਕਿਸ ਤਰ੍ਹਾਂ ਇਸ ਅੰਦੋਲਨ ਨੂੰ ਡੀਰੇਲ ਕਰਨ ਵਾਸਤੇ, ਬਦਨਾਮ ਕਰਨ ਵਾਸਤੇ BJP ਨੇ ਆਪਣੀ ਸਾਰੀ IT ਸੈੱਲ ਦੀ ਫੌਜ ਲਾਈ। BJP ਦੇ ਵੱਡੇ ਵੱਡੇ ਲੀਡਰਾਂ ਨੇ ਕਿਸ ਤਰ੍ਹਾਂ ਦੀ ਘਟੀਆ ਕਿਸਮ ਦੀ ਬਿਆਨਬਾਜ਼ੀ ਕੀਤੀ। ਅੱਤਵਾਦੀ, ਨਕਸਲੀ, ਮਵਾਲੀ, ਗੁੰਡੇ, ਪਤਾ ਨਹੀਂ ਕੀ ਕਿਹਾ, ਪਰ ਉਹ ਅੰਨਦਾਤਾ ਜਿਹੜਾ ਉੱਥੇ ਡਟਿਆ ਹੋਇਆ। ਆ ਕੇ ਇੱਥੇ ਪਰਿਵਾਰ 'ਚੋਂ ਇੱਕ ਜਣਾ ਫਸਲ ਵੀ ਸੰਭਾਲਦਾ ਸੀ, ਇੱਕ ਜਣਾ ਉੱਥੇ ਬੈਠਾ ਸੀ। ਪਰ ਹੁਣ ਇੱਕ ਬਦਲਾਖੋਰੀ ਦੀ ਭਾਵਨਾ ਜਿਹੜੀ ਹੈ BJP ਦੀ ਸਰਕਾਰ ਨੇ, ਮੋਦੀ ਸਰਕਾਰ ਨੇ ਜਿਹੜੀ ਕੀਤੀ ਹੈ ਉਹ ਅਤੀ ਨਿੰਦਣਯੋਗ ਹੈ। 10 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੁੰਦੀ ਹੈ। ਜਦੋਂ ਪੰਜਾਬ ਗੌਰਮੈਂਟ ਬਿਜਲੀ ਜਿਹੜੀ ਹੈ 10 ਜੂਨ ਤੋਂ 15 ਜੂਨ ਤੋਂ ਸ਼ੁਰੂ ਕਰਦੀ ਹੈ, ਤਾਂ ਇਹਦਾ ਮਤਲਬ 10 ਜੂਨ ਤੋਂ ਲੈ ਕੇ 25-30 ਜੂਨ ਤੱਕ 20-25 ਦਿਨਾਂ 'ਚ ਸਾਡੀ ਝੋਨੇ ਦੀ ਬਿਜਾਈ ਹੋ ਜਾਂਦੀ ਹੈ। ਤਾਂ ਫਿਰ 10-15 ਜੂਨ ਨੂੰ ਜਿਹੜਾ ਝੋਨਾ ਲੱਗ ਗਿਆ, ਬੀਜਿਆ ਗਿਆ, ਉਹ ਅਕਤੂਬਰ ਦੇ ਪਹਿਲੇ ਹਫ਼ਤੇ ਪੱਕ ਜਾਂਦਾ ਹੈ। ਆਮ ਤੌਰ 'ਤੇ 1 ਅਕਤੂਬਰ ਤੋਂ ਸਰਕਾਰੀ ਖਰੀਦ ਸ਼ੁਰੂ ਹੋ ਜਾਂਦੀ ਹੈ। ਬਾਸਮਤੀ ਵੀ ਆ ਜਾਂਦੀ ਹੈ, ਪਹਿਲਾਂ ਅਗੇਤੀ ਆ ਜਾਂਦੀ ਹੈ। ਤਾਂ ਅਚਾਨਕ ਨਾਦਰਸ਼ਾਹੀ ਫਰਮਾਨ ਆ ਗਿਆ ਗੌਰਮੈਂਟ ਦਾ, ਸੈਂਟਰ ਗੌਰਮੈਂਟ ਦਾ, ਕਿ ਜੀ ਅਸੀਂ 1 ਅਕਤੂਬਰ ਤੋਂ ਖਰੀਦਾਂਗੇ ਨਹੀਂ ਝੋਨਾ, 11 ਅਕਤੂਬਰ ਤੱਕ ਖਰੀਦਾਂਗੇ, ਕਿਉਂਕਿ ਮੀਂਹ ਪੈ ਰਿਹਾ, ਬਾਰਿਸ਼ ਪੈ ਰਹੀ, ਮੋਇਸਚਰ ਇਹਦੇ ਨਾਲ ਵੱਧ ਜਾਂਦਾ। ਮੈਂ ਅੱਜ ਸਵਾਲ ਪੁੱਛਣਾ ਚਾਹੁੰਦਾ FCI ਦੇ ਅਤੇ BJP ਦੇ ਇਹਨਾਂ
ਲੀਡਰਾਂ ਨੂੰ ਤੇ ਅਫਸਰਾਂ ਨੂੰ ਕਿ ਕਦੇ ਤੁਸੀਂ ਖੇਤ ਜਾ ਕੇ ਦੇਖਿਆ? ਜਦੋਂ ਤੁਸੀਂ ਮੋਇਸਚਰ ਦੀ ਇੱਕ ਲਿਮਿਟ ਬੰਨ੍ਹਤੀ, ਤੁਸੀਂ ਮੋਇਸਚਰ ਮੀਟਰ ਤੁਹਾਡੇ ਕੋਲੇ ਹੈਗੇ ਨੇ, ਫਿਰ ਭਾਵੇਂ ਹੜ੍ਹ ਆਉਣ, ਭਾਵੇਂ ਝੜੀ ਲੱਗੀ ਹੋਵੇ ਮੀਂਹ ਦੀ, ਬਾਰਿਸ਼ ਦੀ, ਤੁਸੀਂ ਤਾਂ ਮੋਇਸਚਰ ਚੈੱਕ ਕਰਕੇ ਹੀ ਲੈਣਾ ਨਾ। ਤੁਸੀਂ ਇਹ ਤਾਂ ਸਿੱਧੀ ਬਦਲਾਖੋਰੀ ਦੀ ਭਾਵਨਾ ਕਿ ਅਸੀਂ ਤਾਂ, ਤੁਸੀਂ ਅੰਦੋਲਨ ਕਰ ਰਹੇ ਹੋ, ਤੁਸੀਂ ਪੂਰੀ ਦੁਨੀਆ 'ਚ ਬੀਜੇਪੀ ਦੀ ਪੋਲ ਖੋਲ੍ਹ ਕੇ ਰੱਖਤੀ, ਇਸ ਕਰਕੇ ਅਸੀਂ ਤੁਹਾਡੀ ਫਸਲ ਨਹੀਂ ਖਰੀਦਦੇ, ਹੁਣ ਕਰ ਲਓ, ਸਾਡਾ ਕੀ ਕਰੋ। ਚਾਹੀਦਾ ਤਾਂ ਰਿਲੈਕਸੇਸ਼ਨ ਸੀ ਮੋਇਸਚਰ 'ਚ, ਕਿ ਰਿਲੈਕਸੇਸ਼ਨ ਦਿਓ, ਕਿਉਂਕਿ ਤਾਂ ਕਿ ਛੇਤੀ ਤੋਂ ਛੇਤੀ ਉਹ ਫਸਲ ਜਿਹੜੀ ਹੈ ਉਹ ਪ੍ਰਕਿਓਰ ਹੋ ਕੇ ਉਹਨੂੰ ਭੇਜਿਆ ਜਾ ਸਕੇ। ਜਿਹੜਾ ਝੋਨਾ ਹੈ, ਚਾਵਲ, ਇਹ 95% ਤੋਂ ਜ਼ਿਆਦਾ ਪੰਜਾਬ 'ਚੋਂ ਪੂਰੇ ਦੇਸ਼ 'ਚ ਜਾਂਦਾ ਹੈ, ਕਿਉਂਕਿ ਪੰਜਾਬੀਆਂ ਦੀ ਖੁਰਾਕ ਨਹੀਂ ਹੈਗਾ ਜ਼ਿਆਦਾਤਰ, ਤੇ ਪੂਰੇ ਦੇਸ਼ ਦੀ ਖੁਰਾਕ ਹੈ ਇਹ। ਤੇ ਇਹਨਾਂ ਨੂੰ ਕਿਵੇਂ ਪਤਾ ਵੀ 11 ਤਰੀਕ ਤੱਕ ਸਭ ਕੁਝ ਠੀਕ ਹੋ ਜਾਊਗਾ? ਇਸ ਵਕਤ ਟਰਾਲੀਆਂ ਜਿਹੜੀਆਂ ਨੇ ਉਹ ਮੰਡੀ ਦੇ ਵਿੱਚ ਆਉਣ ਲੱਗ ਗਈਆਂ, ਉਹ ਲਾਵਾਰਸ ਛੱਡਤੀਆਂ, ਉੱਤੋਂ ਦੀ ਮੀਂਹ ਪਊਗਾ ਜਾਂ ਕੁਛ ਹੋਊਗਾ, ਤੁਸੀਂ ਤਾਂ ਬਿਲਕੁਲ ਹੀ ਤੁਸੀਂ ਮਤਲਬ ਆਪਦੇ ਹੱਥ ਖੜੇ ਕਰ ਗਈ FCI ਕਿ ਅਸੀਂ ਤਾਂ ਖਰੀਦਦੇ ਹੀ ਨਹੀਂ। ਤੇ ਪੰਜਾਬ ਸਰਕਾਰ ਕਾਂਗਰਸ ਦੀ, ਉਹ ਤਾਂ 2-2 3-3 ਘੰਟਿਆਂ ਬਾਅਦ ਦਿੱਲੀ ਜਾਣਾ ਪੈਂਦਾ ਉਹਨਾਂ ਨੂੰ, ਤਾਂ ਹਜੇ ਉਹ ਤਾਂ ਹਜੇ ਇਹ ਨਹੀਂ ਪਤਾ ਲੱਗ ਰਿਹਾ ਕਿਹੜਾ ਮੰਤਰੀ ਪੱਕਾ ਹੈ, ਕਿਹੜਾ ਕੱਚਾ ਹੈ, ਕਿਹੜਾ ਡੈਪੂਟੇਸ਼ਨ 'ਤੇ ਹੈ, ਕਿਹਨੂੰ ਹਜੇ ਪੈਨ ਮਿਲ ਗਿਆ ਜਾਂ ਕਿਹਦਾ ਪੈਨ ਖੋਇਆ ਜਾਣਾ ਹੈ। ਉਹ ਤਾਂ ਆਪਦੀ ਕੁਰਸੀ ਦੀ ਲੜਾਈ 'ਚ ਲੱਗੇ ਹੋਏ ਨੇ, ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਕਿਸਾਨਾਂ ਨਾਲ। ਮੁੱਖ ਮੰਤਰੀ ਪ੍ਰਧਾਨ ਮੰਤਰੀ ਨੂੰ ਮਿਲ ਕੇ ਆਏ ਨੇ, ਪ੍ਰਧਾਨ ਮੰਤਰੀ ਨੂੰ ਮਿਲ ਕੇ ਆਏ ਨੇ, ਤੇ ਕੀ ਹੋ ਗਿਆ ਫਿਰ? ਫੁੱਲਾਂ ਦਾ ਬੁੱਕੇ ਦੇ ਆਏ ਉਹਨਾਂ ਨੂੰ। ਜਦੋਂ ਕੋਈ ਫੈਸਲਾ ਕਰਵਾ ਕੇ ਆਉਂਦੇ ਉੱਥੋਂ, ਉਹ ਇਸ ਤੋਂ ਪਹਿਲਾਂ ਕੈਪਟਨ ਸਾਹਿਬ ਉਹ ਜਿੰਨੀ ਵਾਰੀ ਹੁਣ ਮਿਲੇ ਨੇ ਅਮਿਤ ਸ਼ਾਹ ਨੂੰ ਜਾਂ ਮੋਦੀ ਜੀ ਨੂੰ, ਤੇ ਜੇ ਕਿਤੇ ਆਪਦੇ ਰਾਜ ਦੇ ਦੌਰਾਨ ਮਿਲਦੇ ਸ਼ਾਇਦ ਆ ਕਾਲੇ ਕਾਨੂੰਨਾਂ ਵਾਲਾ ਆ ਦਿਨ ਨਾ ਦੇਖਣੇ ਪੈਂਦੇ। ਸੋ ਇਸ ਵਕਤ ਮੇਰੇ ਕੋਲ ਰਿਪੋਰਟਾਂ ਨੇ ਕਿ 1500 ਤੋਂ 1600 ਰੁਪਏ ਜਿਹੜਾ ਝੋਨਾ ਆ ਰਿਹਾ ਮੰਡੀਆਂ 'ਚੋਂ ਵਿਕ ਰਿਹਾ, ਜਦ ਕਿ MSP ਜਿਹੜੀ ਹੈ ਸਰਕਾਰੀ ਰੇਟ ਹੈ 1960 ਰੁਪਏ ਹੈ। ਲੁੱਟ ਸ਼ੁਰੂ ਹੋ ਚੁੱਕੀ ਹੈ। ਇੱਕ ਪਾਸੇ ਪ੍ਰਧਾਨ ਮੰਤਰੀ ਕਹਿ ਰਹੇ MSP ਜਾਰੀ ਰਹੂਗੀ, ਤੇ ਦੂਜੇ ਪਾਸੇ MSP ਦੇਣ ਦੀ ਬਜਾਏ ਉਹ ਡਿਲੇ ਕਰ ਰਹੇ ਨੇ ਕਿ 11 ਦਿਨ ਅਸੀਂ ਹੋਰ ਡਿਲੇ ਕਰਾਂਗੇ, ਉਸ ਤੋਂ ਬਾਅਦ। ਹੁਣ ਮੈਨੂੰ ਇਹ ਦੱਸੋ ਇਹਨਾਂ ਨੂੰ, ਕਿਉਂਕਿ ਇਹ ਅਫਸਰ ਨੇ ਇਸ AC ਕਮਰੇ 'ਚ ਬੈਠੇ ਰਹਿੰਦੇ ਆ, ਹਰ ਰੋਜ਼ ਹੁਣ ਤਰੇਲ ਪੈਂਦੀ ਹੈ ਰਾਤ ਨੂੰ, ਔਰ ਤਰੇਲ ਪੈਣ ਦਾ ਟਾਈਮ ਮਤਲਬ ਜੇ 9-10 ਵਜੇ ਸ਼ੁਰੂ ਹੁੰਦੀ ਹੈ, ਹਰ ਰੋਜ਼ ਉਹ ਅੱਧਾ ਘੰਟਾ ਘਟੀ ਜਾਊਗੀ, ਤਾਂ 8 ਵਜੇ ਤਰੇਲ ਪਊਗੀ, ਠੀਕ ਹੈ ਜੀ, ਫਿਰ 7 ਵਜੇ 'ਤੇ ਆ ਜੂ। ਹੁਣ ਡਿਲੇ ਕਰਕੇ ਨਵੀਂ ਘਟੂਗੀ ਜਾਂ ਨਵੀਂ ਵਧੂਗੀ? ਮੈਂ ਤਾਂ ਰਿਲੈਕਸੇਸ਼ਨ ਚਾਹੁੰਦਾ ਇਹਦੇ 'ਚ, ਕਿਉਂਕਿ ਤਰੇਲ ਜਿਉਂ-ਜਿਉਂ ਪਈ ਜਾਊਗੀ ਤਾਂ ਫਿਰ ਨਵੀਂ ਵਧੂਗੀ ਦਾਣੇ ਦੇ ਵਿੱਚ ਨਵੀਂ। ਸੋ ਇਸ ਕਰਕੇ ਇੱਕ ਪਾਸੇ ਆਮਦਨ ਦੁੱਗਣੀ ਕਰਨ ਦੀਆਂ ਗੱਲਾਂ, ਤੇ ਦੂਜੇ ਪਾਸੇ ਫਸਲ ਖਰੀਦਣ ਤੋਂ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਉਹਨੂੰ ਖਰੀਦਣ ਤੋਂ ਮੁੱਕਰਨਾ। ਇਹ ਕਿਤੇ ਨਾ ਕਿਤੇ ਬਦਲਾਖੋਰੀ ਦੀ ਭਾਵਨਾ ਹੈ। ਇਹ ਦੋਵੇਂ ਸਰਕਾਰਾਂ ਜਿਹੜੀਆਂ ਨੇ, ਸੈਂਟਰ ਦੀ ਤੇ ਪੰਜਾਬ ਦੀ, ਜੇ ਕਿਤੇ ਨੀਅਤ ਸਾਫ਼ ਹੋਵੇ ਤਾਂ ਆਹ ਦਿਨ ਨਾ ਦੇਖਣੇ ਪੈਣ। ਹਰ ਰੋਜ਼ ਕਿਤੇ ਨਾ ਕਿਤੇ ਕਿਸਾਨਾਂ ਦੀ ਤੇ BJP ਦੇ ਲੀਡਰਾਂ ਦੀ ਜਾਂ ਹੋਰ ਪਾਰਟੀਆਂ ਦੇ ਲੀਡਰਾਂ ਦੀ ਬਹਿਸ ਹੁੰਦੀ ਹੈ, ਝੜਪ ਹੁੰਦੀ ਹੈ। ਉਹ ਕਹਿੰਦੇ ਨੇ ਜੀ ਪਹਿਲਾਂ ਸਾਡੇ ਮਸਲੇ ਹੱਲ ਕਰਾਓ, ਫਿਰ ਤੁਸੀਂ ਆਪਣੀਆਂ ਵੋਟਾਂ ਦੀ ਗੱਲ ਕਰਿਓ। ਹਰ ਰੋਜ਼ ਉਹਨਾਂ ਦੀ, ਕੱਲ੍ਹ ਉੱਥੇ ਝੱਜਰ ਦੇ ਵਿੱਚ ਦੁਸ਼ਯੰਤ ਚੌਟਾਲਾ ਦੀ ਰੈਲੀ 'ਤੇ ਰੌਲਾ ਪਿਆ, ਕਦੇ ਸੁਖਬੀਰ ਬਾਦਲ ਦੀ ਰੈਲੀ 'ਚ ਡਾਂਗਾਂ ਚੱਲਦੀਆਂ ਨੇ, ਪਾਣੀ ਦੀਆਂ ਕਨਾਲਾਂ ਜਿਹੜੀਆਂ ਬਾਛੜਾਂ ਮਾਰਦੇ ਨੇ। ਉਹਨਾਂ ਦੀ ਸਮੱਸਿਆ ਸੁਣਨ ਦੀ ਬਜਾਏ ਉਲਟਾ ਇਲਜ਼ਾਮ ਲਾਈ ਜਾਂਦੇ ਨੇ, ਇਹ ਤਾਂ ਕਿਸਾਨ ਨਹੀਂ ਸੀ ਜੀ, ਇਹ ਤਾਂ ਫਲਾਨੇ ਸੀ ਜਾਂ ਧਮਕੇ ਸੀ ਜੀ। ਕਬੂਤਰ ਦੇ ਅੱਖਾਂ ਮੀਚਣ ਨਾਲ ਬਿੱਲੀ ਨਹੀਂ ਭੱਜਦੀ। ਜੇ FCI, ਮੈਂ ਪਹਿਲਾਂ ਤੋਂ ਕਹਿੰਦਾ ਆ ਰਿਹਾ, ਮੈਂ ਉਸ ਕਮੇਟੀ ਦੇ ਵਿੱਚ ਵੀ ਹੈਗਾ, ਸਟੈਂਡਿੰਗ ਕਮੇਟੀ ਹੈ, ਉਹਦੇ ਵਿੱਚ ਵੀ ਮੈਂ ਕਿਹਾ ਕਿ ਤੁਸੀਂ FCI ਵਾਲਿਓ, ਤੁਸੀਂ ਹੱਥ ਖੜੇ ਕਰ ਰਹੇ ਹੋ ਕਿ ਅਸੀਂ ਝੋਨਾ ਖਰੀਦਣਾ ਨਹੀਂ। ਹੁਣ ਸਾਥੋਂ ਤੁਸੀਂ ਕੰਮ ਲੈ ਲਿਆ ਜਿੰਨਾ ਲੈਣਾ ਸੀ, ਹੁਣ ਸਾਨੂੰ ਤੁਸੀਂ ਮੌਲੇ ਬਲਦ ਵਾਂਗੂ ਪੰਜਾਬ ਨੂੰ ਛੱਡਣ ਲੱਗੇ ਹੋ। ਅਸੀਂ
ਝੋਨਾ ਲਾ ਕੇ ਗ੍ਰੀਨ ਰੈਵੋਲੂਸ਼ਨ ਰਾਹੀਂ ਧਰਤੀ 'ਚੋਂ ਆਪਣਾ ਪਾਣੀ ਖਤਮ ਕਰ ਲਿਆ। 1 ਕਿਲੋ ਚਾਵਲ ਪੈਦਾ ਕਰਨ ਵਾਸਤੇ 3800 ਲੀਟਰ ਪਾਣੀ ਲੱਗਦਾ ਜੀ। ਚਾਂਦੀ ਸਮਝ ਲਓ, ਚਾਂਦੀ, ਪਾਣੀ ਨਹੀਂ। ਅੱਜ ਸਾਡਾ ਪਾਣੀ 500 600 700 ਫੁੱਟ ਤੇ ਚਲਾ ਗਿਆ। ਤੇ ਹੁਣ ਤੁਸੀਂ ਕਹਿੰਦੇ ਹੋ ਓਕੇ ਤੁਹਾਡੇ ਤੋਂ ਕੰਮ ਲੈ ਲਿਆ, ਅਸੀਂ ਨਹੀਂ ਖਰੀਦਣੀਆਂ ਫਸਲਾਂ ਤੁਹਾਡੀਆਂ, ਜਿੱਥੇ ਮਰਜ਼ੀ ਜਾਓ। ਕਿੱਥੇ ਜਾਈਏ ਬਈ? ਸਰਕਾਰਾਂ ਤੁਹਾਡੇ ਕੋਲੇ ਨੇ, ਤੁਸੀਂ ਸਾਡੇ ਜਿਹੜੇ ਨੇ ਉਹ ਚੁਣੇ ਹੋਏ ਨੁਮਾਇੰਦੇ ਹੋ, ਤੇ ਤੁਸੀਂ ਫੈਸਲੇ ਲੈਣੇ ਨੇ। ਸਾਨੂੰ ਝੋਨੇ ਤੇ ਜੇ ਨਹੀਂ ਖਰੀਦਣੇ, ਝੋਨੇ ਤੇ ਕਣਕ ਦੇ ਜਿਹੜੇ ਫਸਲੀ ਗੇੜ 'ਚੋਂ ਕੱਢ ਲਓ, ਦੂਜੀਆਂ ਫਸਲਾਂ ਤੇ MSP ਦੇ ਦਿਓ। ਤੁਸੀਂ ਸੂਰਜਮੁਖੀ ਬੀਜ ਲਾਂਗੇ, ਮੱਕੀ ਬੀਜ ਸਕਦੇ ਆ ਪੰਜਾਬ ਵਾਲੇ, ਗੰਨਾ ਬੀਜਦੇ ਆ, ਗੰਨੇ ਦੇ ਪੈਸੇ ਨਹੀਂ ਹਜੇ ਤੱਕ ਮਿਲ ਗਏ। ਆਲੂ ਬੀਜਣੇ ਆ ਹੁਣ ਜਿਹੜੇ ਆਲੂਆਂ ਵਾਲੇ ਨੇ ਉਹਨਾਂ ਲਈ ਇੱਕ ਦਿਨ ਜਿਹੜਾ ਹੈ ਉਹ ਕੀਮਤੀ ਹੈ, ਖਾਸ ਤੌਰ 'ਤੇ ਦੁਆਬੇ ਦੇ ਵਿੱਚ। ਜੇ ਉਹ 11 ਤਰੀਕ ਤੱਕ ਉਹ ਕੀ ਕਰਨਗੇ? ਜਦ ਤੱਕ ਕੋਈ ਹੋਊਗਾ, ਚਲੋ ਪੰਜਾਬ 'ਚ 90% ਦੇ ਨੇੜੇ ਤੇੜੇ ਉਹ ਜ਼ਿਮੀਂਦਾਰ ਨੇ ਜਿਨ੍ਹਾਂ ਕੋਲੇ ਕੋਈ ਸਟੋਰੇਜ ਕਰਨ ਨੂੰ ਜਗ੍ਹਾ ਨਹੀਂ ਹੈਗੀ। ਕੋਈ ਹੋਣਗੇ ਥੋੜ੍ਹੇ ਵੱਡੇ ਜ਼ਿਮੀਂਦਾਰ ਵੀ ਉਹਨਾਂ ਨੇ ਆਪਦੇ ਸਟੋਰਾਂ 'ਚ ਆਪਦੇ ਕਿਤੇ ਸ਼ੈੱਡ ਥੱਲੇ ਝੋਨਾ ਧਰ ਰੱਖ ਲੈਣਗੇ, ਬਾਕੀਆਂ ਦਾ ਕੀ ਕਰੋਗੇ? ਸੋ ਉਹਨਾਂ ਨੂੰ ਮੈਂ ਬੇਨਤੀ ਕਰਦਾ, ਕੁਰਸੀ ਦੀ ਲੜਾਈ ਬਾਅਦ 'ਚ ਲੜ ਲਿਓ। ਇਹ ਆਪਦੀਆਂ ਜਿਹੜੇ ਪ੍ਰਧਾਨਗੀਆਂ ਦੇ ਅਹੁਦੇ ਇਹ ਬਾਅਦ 'ਚ ਆਪਦੇ ਡਿਸਾਈਡ ਕਰ ਲਿਓ। ਚੰਨੀ ਸਾਹਿਬ ਕਿਰਪਾ ਕਰਕੇ ਹੈਲੀਕਾਪਟਰ ਦੀ ਚਾਬੀ ਜਿਹੜੀ ਹੈ ਉਹ ਆਪਦੇ ਜਿਹੜੇ ਕਿਸੇ ਅਲਮਾਰੀ ਲਮੂਰੀ 'ਚ ਰੱਖ ਦਿਓ, ਕਿਉਂਕਿ ਉਹਨੂੰ ਦੂਜੇ ਦਿਨ ਦਿੱਲੀ ਬੁਲਾ ਲੈਂਦੇ ਨੇ। ਉੱਥੋਂ ਪਤਾ ਨਹੀਂ ਕੀ ਕਰਕੇ ਆਉਂਦੇ ਨੇ, ਫਿਰ ਇੱਧਰ ਨੂੰ ਆ ਜਾਂਦੇ ਨੇ, ਫਿਰ ਰਾਤ ਨੂੰ ਕਹਿੰਦੇ ਦਿੱਲੀ ਆ ਜਾ। ਸੋ ਕਿਸਾਨ ਮਰੀ ਜਾਂਦਾ ਹੈ। ਉਹ ਪਹਿਲਾਂ ਹੀ ਆਪਦੀ ਜਿਹੜੀ ਫਸਲ ਹੈ ਉਹਦੇ ਆਪਦੀਆਂ ਜ਼ਮੀਨਾਂ ਪ੍ਰਤੀ ਉਹ ਚਿੰਤਤ ਸੀ। ਹੁਣ ਉਹਦੀਆਂ ਜਿਹੜੀਆਂ ਆਪਦੀਆਂ ਜ਼ਮੀਨਾਂ 'ਤੇ ਉਗਾਈ ਹੋਈ ਫਸਲ ਹੈ ਉਹ ਵੀ ਜਿਹੜੀ ਹੈ ਉਹ ਜਿਹੜੀ ਹੈ ਜਿਹਨੂੰ ਕਹਿੰਦੇ ਆ ਕਿ ਆਪਾਂ ਕੌਡੀਆਂ ਦੇ ਭਾਅ ਜਿਹੜੀ ਹੈ ਉਹਨੂੰ ਵੇਚਣ ਤੇ ਮਜਬੂਰ ਕਰ ਰਹੇ। ਸੁਖੀ ਰੰਧਾਵਾ ਨੇ ਕਿਹਾ ਕਿ ਜਿਹੜੀ ਬਾਹਰੋਂ ਜੀਰੀ ਆਊਗੀ ਅਸੀਂ ਉਹਨੂੰ ਆਉਣ ਨਹੀਂ ਦੇਣਾ, SSP ਤੇ ਕਾਰਵਾਈ ਕੀਤੀ ਜਾਊਗੀ। ਕੀ ਤੁਸੀਂ ਨਹੀਂ ਸਮਝਦੇ ਵੀ ਬਾਹਰਲੀ ਸਟੇਟਾਂ 'ਚੋਂ ਵੀ ਜੀਰੀ ਆ ਰਹੀ ਹੈ ਤੇ ਉਹ MSP ਦੇ ਭਾਅ ਵੇਚੀ ਜਾ ਰਹੀ ਹੈ, ਵੀ ਉਹਦੇ 'ਚ ਵੀ ਸਰਕਾਰਾਂ ਨੂੰ ਨੁਕਸਾਨ ਹੁੰਦਾ ਜੀ? ਬਿਲਕੁਲ ਹੁੰਦਾ। ਇਹ FCI ਦੀ ਰਿਪੋਰਟ ਹੈ ਕਿ ਪੰਜਾਬ ਦਾ ਜਿੰਨਾ ਅੰਦਾਜ਼ਨ ਹੁੰਦਾ ਕਿ ਇੰਨੀ ਇਸ ਵਕਤ ਉਪਜ ਹੋਊਗੀ, ਉਹ ਤੋਂ ਕਿਤੇ ਵੱਧ ਹੋ ਜਾਂਦਾ ਹੈ। ਉਹ ਕਿੱਥੋਂ ਆਉਂਦਾ? ਬਿਹਾਰ ਤੋਂ, UP ਤੋਂ, ਬਾਹਰਲੇ ਰਾਜਾਂ ਤੋਂ। ਉੱਥੋਂ ਕਿਵੇਂ ਹੈ? ਕਿਉਂਕਿ ਉੱਥੇ APMC ਇੱਕ ਐਕਟ ਹੈ ਨਹੀਂ, ਉੱਥੇ MSP ਜਿਹੜੀ ਹੈ ਮੰਡੀਕਰਨ ਹੈ ਨਹੀਂ, ਤਾਂ ਉਹ ਜਿਹੜਾ ਕਿਸਾਨ ਹੈ ਉੱਥੋਂ ਦਾ ਮਜਬੂਰ ਹੈ ਉੱਥੋਂ 800-900 ਰੁਪਈਆ ਖਰੀਦ ਕੇ ਇੱਥੇ ਲਿਆ ਕੇ ਨਕਲੀ ਕਿਸਾਨਾਂ ਦੇ ਨਾਂ 'ਤੇ ਜਿਹੜੀ ਉਹ ਇੱਥੇ 1960 ਰੁਪਏ 'ਤੇ ਵੇਚਦੇ ਨਹੀਂ ਕਰਦੇ ਜੀ। ਤਾਂ ਕਾਫੀ ਲੰਬੇ ਸਮੇਂ ਤੋਂ ਹੋ ਰਿਹਾ, ਕਈ ਇੰਸਪੈਕਟਰ ਲਗਾ ਲਓ, FCI ਦੇ ਅਫਸਰ ਲਗਾ ਲਓ, ਜਾਂ ਇੰਨਾ ਪੈਸਾ। ਪਿਛਲੀ ਵਾਰ ਵੀ ਮੈਂ ਮਾਮਲਾ ਉਠਾਇਆ ਸੀ ਪਾਰਲੀਮੈਂਟ 'ਚ ਕਿ ਸਾਡੀ ਉਪਜ ਤੋਂ ਵੱਧ ਕਿਵੇਂ ਹੋ ਜਾਂਦੀ ਹੈ, ਕਿਉਂਕਿ ਬਾਹਰੋਂ ਆਉਂਦਾ ਹੈ। ਉਹ ਬਾਹਰਲਾ ਜਿਹੜਾ ਹੈ ਉਹ ਆਉਂਦਾ ਵੀ ਕਿਵੇਂ ਹੈ? ਟਰੱਕਾਂ ਦੇ ਟਰੱਕ ਆਉਂਦੇ ਨੇ। ਤੇ ਹੁਣ ਤਾਂ ਚਲੋ ਕਿਸਾਨ ਜਿਹੜੇ ਨੇ ਉਹ ਚੌਕੀਦਾਰੇ ਤੇ ਲਗਭਗ ਬੈਠੇ ਨੇ, ਉਹ ਹਰੇਕ ਬਾਰਡਰ ਤੇ ਉਹ ਉੱਥੇ ਉਹੀ ਫੜ ਲੈਂਦੇ ਨੇ। ਇਸ ਤੋਂ ਪਹਿਲਾਂ ਕਿੰਨੇ ਕਰੋੜਾਂ ਰੁਪਏ ਦਾ ਘਪਲਾ ਹੋਇਆ ਹੋਊਗਾ? ਹਜ਼ਾਰਾਂ ਕਰੋੜ ਬੈਠੇ। ਤੁਸੀਂ ਕਿਸਾਨਾਂ ਦਾ ਮੁੱਦਾ ਉਠਾਇਆ ਹੈਗਾ, ਮਤਲਬ ਕਿ ਵੀ ਉਹ ਲੈ ਕੇ ਬੈਠਣੇ ਖਰੀਦ ਸ਼ੁਰੂ ਹੋ ਚੁੱਕੀ। ਆਮ ਆਦਮੀ ਪਾਰਟੀ ਕੀ ਕਹਿਣਾ ਹੁਣ ਕਿ ਤੁਸੀਂ ਵੀ ਨਾਲ ਪ੍ਰੈਸ਼ਰ ਬਣਾਵੋਗੇ ਪੰਜਾਬ ਤੇ ਕੇਂਦਰ ਦੇ ਉੱਪਰ? ਮੈਂ ਉਸੇ ਕਰਕੇ ਬੈਠੇ ਹਾਂ ਜੀ। ਕੀ ਐਕਸ਼ਨ ਕੀ ਹੈ ਤੁਹਾਡਾ? ਨਹੀਂ, ਅਸੀਂ ਤਾਂ ਪੰਜਾਬ ਸਰਕਾਰ ਤੋਂ ਤੇ ਸੈਂਟਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਤੁਸੀਂ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਅਸੀਂ ਕਿਸਾਨਾਂ ਦੇ ਰਖਵਾਲੇ ਹਾਂ, ਅਸੀਂ ਜਿਹੜੇ ਆਮਦਨਾਂ ਦੁੱਗਣੀਆਂ ਕਰਾਂਗੇ, ਆਹ ਕਰਾਂਗੇ, ਉਹ ਕਰਾਂਗੇ, ਤੇ ਦੂਜੇ ਪਾਸੇ ਤੁਸੀਂ ਉਹਨਾਂ ਦੀ ਪੱਕੀ ਪਕਾਈ ਫਸਲ ਨੂੰ ਕੌਡੀਆਂ ਦੇ ਭਾਅ ਉਹਨਾਂ ਨੂੰ ਇੱਦਾਂ ਸੁੱਟਣ ਤੇ ਮਜਬੂਰ ਕਰ ਰਹੇ ਪਰ ਜਿਸ ਤਰ੍ਹਾਂ ਇਹ ਜਿਹੜੀ ਖਰੀਦ ਦਾ ਸਮਾਂ ਦਾ ਲੇਟ ਕੀਤਾ 11 ਤਰੀਕ ਦਿੱਤੀ ਹੈਗੀ, ਤਾਂ ਲੱਗਦਾ ਕੇਂਦਰ ਸਰਕਾਰ ਨੇ ਜਾਣ ਬੁੱਝ ਕੇ ਕੀਤਾ ਗਿਆ ਕਿਸਾਨਾਂ ਨੂੰ ਪਰੇਸ਼ਾਨ ਕਰਨ ਵਾਸਤੇ ਬਦਲਾਖੋਰੀ ਵੀ। ਤੁਸੀਂ ਜਿਹੜਾ ਤੁਹਾਡਾ ਅੰਦੋਲਨ ਹੈ ਪੂਰੀ ਦੁਨੀਆ 'ਚੋਂ ਅੰਦੋਲਨ ਦੀਆਂ ਧੁੰਮਾਂ ਨੇ। ਅਮਰੀਕਾ ਗਏ ਸੀ ਹੁਣ ਮੋਦੀ ਸਾਹਿਬ, ਉੱਥੇ ਵੀ ਉਹਨਾਂ ਦਾ ਵਿਰੋਧ ਹੋਇਆ ਡਟ ਕੇ ਇਸੇ ਗੱਲੋਂ ਕਿ ਤੁਸੀਂ ਜਿਹੜੇ ਨੇ ਆਪਣੇ ਕਿਸਾਨਾਂ ਦਾ ਹਾਲ ਨਹੀਂ ਪੁੱਛਦੇ। ਸੋ ਇਸ ਕਰਕੇ ਉਹ ਕਹਿੰਦੇ ਜੇ ਤੁਸੀਂ ਇਸ ਤੋਂ ਪਹਿਲਾਂ ਰੂਰਲ ਡਿਵੈਲਪਮੈਂਟ ਫੰਡ ਬੰਦ ਕਰਕੇ ਬਦਲਾ ਲਿਆ ਸੀ। ਸੋ ਜਦੋਂ ਸਰਕਾਰ ਜਿਹੜੀ ਉਹ ਆਪਦੇ ਨਾਗਰਿਕਾਂ ਤੋਂ ਹੀ ਬਦਲਾਖੋਰੀ ਦੀ ਭਾਵਨਾ 'ਤੇ ਆ ਜੇ, ਫਿਰ ਆਪਾਂ ਕੀ ਉਮੀਦ ਕਰ ਸਕਦੇ ਹਾਂ? ਇਹ ਬਿਲਕੁਲ ਇਹ ਜਿਹੜਾ ਨਾਦਰਸ਼ਾਹੀ ਫਰਮਾਨ ਨੇ, ਇਹ ਬਦਲਾਖੋਰੀ ਦੀ ਭਾਵਨਾ ਹੈ, ਇਹ ਬਿਲਕੁਲ ਇਹਦੀ ਸਖਤ ਨਿੰਦਾ ਕਰਦੇ ਹਾਂ। ਆਮ ਆਦਮੀ ਪਾਰਟੀ ਕੋਈ ਇਸ ਗੱਲ ਨੂੰ ਲੈ ਕੇ ਕੋਈ ਪ੍ਰਦਰਸ਼ਨ ਕਰੂਗੀ ਜੇਕਰ ਕੇਂਦਰ ਸਰਕਾਰ ਹਲੇ ਵੀ ਨਹੀਂ ਮੰਗ ਮੰਨਦੀ? ਤੁਸੀਂ ਕਹਿ ਰਹੇ ਹੋ ਕਿ ਕਿਸਾਨ ਸੜਕਾਂ ਤੇ ਪਹਿਲੇ ਹੀ ਆ ਗਏ, ਕਿਸਾਨ ਸੜਕਾਂ ਦੇ ਨੇ, ਕਿ ਆਮ ਆਦਮੀ ਪਾਰਟੀ ਕੀ ਕਰੂਗੀ? ਅਸੀਂ ਦੇਖੋ ਅਸੀਂ ਕੱਲ੍ਹ ਜਦੋਂ ਕੱਲ੍ਹ ਦਾ ਫਰਮਾਨ ਆਇਆ, ਇਹ ਕੱਲ੍ਹ ਦੇ ਅਸੀਂ ਇਹ ਮੰਗ ਕਰ ਰਹੇ ਹਾਂ। ਤੇ ਜੇ ਹੁਣ ਸਾਨੂੰ ਰਾਜਪਾਲ ਕੋਲ ਜਾਣਾ ਪਿਆ, ਸਾਨੂੰ ਵਿਧਾਨ ਸਭਾ ਦਾ ਸੈਸ਼ਨ ਬੁਲਾਉਣਾ ਚਾਹੀਦਾ। ਮੈਂ ਤਾਂ ਕਹਿੰਦਾ ਚੰਨੀ ਸਾਹਿਬ ਵਿਧਾਨ ਸਭਾ ਸੈਸ਼ਨ ਬੁਲਾ ਕੇ, ਤੁਸੀਂ ਤਾਂ ਕਹਿੰਦੇ ਹੋ ਕਿ ਹੁਣ ਜਿਹੜੀ ਸਰਕਾਰ ਹੈ ਉਹ ਆਮ ਲੋਕਾਂ ਦੀ ਸਰਕਾਰ ਹੈ, ਤੇ ਆਮ ਲੋਕ ਦੇਖੋ ਨਾ
ਨਾ ਮੰਡੀਆਂ 'ਚ ਕਿਵੇਂ ਰੁਲਦੇ ਨੇ। ਤੁਸੀਂ ਤਾਂ ਆਪ ਕਹਿੰਦੇ ਹੋ ਕਿ ਮੈਂ ਆਮ ਘਰਾਂ 'ਚੋਂ ਉੱਠ ਕੇ ਆਇਆ ਹੋਇਆ। ਤਾਂ ਵਿਧਾਨ ਸਭਾ ਸੈਸ਼ਨ ਬੁਲਾ ਕੇ ਤੇ ਪੰਜਾਬ ਦੀਆਂ ਏਜੰਸੀਆਂ ਕਿੱਧਰ ਗਈਆਂ? ਪੰਜਾਬ ਦੀਆਂ ਏਜੰਸੀਆਂ ਵੀ ਨਹੀਂ ਖਰੀਦ ਰਹੀਆਂ। ਪਨਸਪ, ਮਾਰਕਫੈਡ, ਹਾਂਜੀ, ਤੋ ਪੰਜਾਬ ਦੀਆਂ ਏਜੰਸੀਆਂ ਵੀ ਉੱਥੋਂ ਗਾਇਬ ਨੇ। ਮੰਡੀ ਤਾਂ ਛੱਡ ਕੇ ਭੱਜ ਗਏ। ਮਤਲਬ ਇਹ ਲਾ ਲਓ ਵੀ ਜਿਹੜੇ ਕਾਨੂੰਨ ਲਾਗੂ ਜਦੋਂ ਹੋ ਗਏ ਤਾਂ ਆਹ ਹਾਲਤ ਹੋਊਗੀ ਮੰਡੀਆਂ ਦੀ, ਸਰਕਾਰੀ ਮੰਡੀਆਂ ਦੀ। ਕੋਈ ਨਹੀਂ ਦਿਖੂਗਾ ਉੱਥੇ। ਨਰਿੰਦਰ ਮੋਦੀ ਨੇ ਮੈਗਜ਼ੀਨ ਨੂੰ ਇੱਕ ਇੰਟਰਵਿਊ ਦਿੱਤਾ ਕਿ ਜਿਹੜੀਆਂ ਪਾਰਟੀਆਂ ਹੁਣ ਵਿਰੋਧ ਕਰ ਰਹੀਆਂ ਨੇ ਇਸ ਕਾਨੂੰਨਾਂ ਦਾ, ਪਹਿਲਾਂ ਸ਼ੁਰੂ ਤੋਂ ਸਾਰੀਆਂ ਨੇ ਵਕਾਲਤ ਕੀਤੀ ਹੈ ਕਿ ਹੁਣ ਕਿਸਾਨਾਂ ਦਾ ਰੂਹ ਨੂੰ ਦੇਖਦੇ ਹੋਏ ਸਾਰੀਆਂ ਹੁਣ ਕਿਸਾਨਾਂ ਦੇ ਹੱਕ 'ਚ ਪੁੱਟ ਰਹੀਆਂ ਨੇ। ਤੁਹਾਡੇ ਤੇ ਵੀ ਇਲਜ਼ਾਮ ਆ, ਕਾਂਗਰਸ ਦੇ ਉੱਪਰ ਵੀ ਆ ਤੇ ਅਕਾਲੀ ਦਲ ਦੇ ਉੱਪਰ। ਅਸੀਂ ਕਿਤੇ ਵਕਾਲਤ ਕੀਤੀ ਹੈ ਜੀ? ਸਾਡੀ ਤਾਂ ਪਾਰਟੀ ਬੜੀ ਨੂੰ 6-7 ਸਾਲ ਹੋਏ ਨੇ। ਉਹ ਤਾਂ ਕਾਂਗਰਸ ਨੂੰ ਕਹਿੰਦੇ ਹੋਣਗੇ ਜਾਂ ਨਾਂ ਲੈਂਦੇ, ਫਿਰ ਕਿਹੜੇ ਸੀਗੇ। ਅਤੇ ਨਾਲੇ ਜੇ ਕੋਈ ਪਾਰਟੀ, ਕਾਂਗਰਸ ਨੇ ਵੀ ਇਹ 2013 ਦੇ ਵਿੱਚ ਮਨਮੋਹਨ ਸਿੰਘ ਹੋਰਾਂ ਦੇ ਉਹਦੇ ਵਿੱਚ ਹੈਗਾ ਸੀਗਾ APMC ਐਕਟ ਖਤਮ ਕਰਨ ਦਾ। ਜੇ ਕੋਈ ਪਾਰਟੀ ਨੇ ਕੋਈ ਗਲਤ ਮੈਨੀਫੈਸਟੋ ਬਣਾ ਲਿਆ, ਫਿਰ ਤੁਸੀਂ ਫੋਲੋ ਕਰਨਾ ਉਹਨੂੰ, ਅਤੇ ਤੁਸੀਂ ਠੀਕ ਕਰ ਦਿਓ ਫਿਰ ਇਹ। ਅਤੇ ਤੁਸੀਂ ਵੀ ਤਾਂ ਕਹਿੰਦੇ ਹੁੰਦੇ ਸੀਗੇ FDI ਦੇ ਖਿਲਾਫ ਸੀਗੇ, ਹੁਣ FDI ਲਾਗੂ ਕਰਤੀ। ਅਤੇ ਤੁਸੀਂ ਆਪ ਜਿਹੜੇ ਆਧਾਰ ਕਾਰਡ ਜੇ ਉਹ ਸਾਰੇ ਚੀਜ਼ਾਂ ਦੇ ਤੁਸੀਂ ਖਿਲਾਫ ਸੀ, ਜਿਹੜੀਆਂ ਅੱਜ ਲਾਗੂ ਕਰ ਰੱਖੀਆਂ ਨੇ। ਉਹ GST ਦੇ ਖਿਲਾਫ ਸੀ, ਅੱਜ ਲਾਗੂ ਕਰ ਰੱਖੀ ਹੈ। ਸੋ ਇਸ ਕਰਕੇ ਮੈਂ ਕਹਿਣਾ ਚਾਹੁੰਦਾ, ਇਹ ਮੋਦੀ ਸਾਹਿਬ ਜਿਹੜੇ ਨੇ ਇਹ ਤਾਨਾਸ਼ਾਹੀ ਤਰੀਕੇ ਨਾਲ ਦੇਸ਼ ਨੂੰ ਚਲਾ ਰਹੇ ਨੇ। ਹੋਰ ਕੋਈ ਬੰਦਾ ਲੱਭਦਾ ਨਹੀਂ। ਦੋ ਬੰਦੇ ਨੇ, ਅਮਿਤ ਸ਼ਾਹ ਅਤੇ ਨਰਿੰਦਰ ਮੋਦੀ। ਅਤੇ ਪਹਿਲਾਂ ਕੈਪਟਨ ਸੀ, ਉਹ ਵੀ ਚਲੋ ਇਹਨਾਂ ਦੇ ਨਾਲ ਦਾ ਹੀ ਸੀਗਾ। ਅਤੇ ਹੁਣ ਇਸ ਵਕਤ ਦੀ ਲੋੜ ਇਹ ਹੈ, ਅੱਜ ਤੋਂ ਹੀ ਇਮੀਡੀਏਟ ਤੁਰੰਤ ਪ੍ਰਭਾਵ ਨਾਲ ਜਿਹੜੀ ਖਰੀਦ ਹੈ ਮੰਡੀਆਂ ਦੇ ਵਿੱਚ ਉਹ ਸ਼ੁਰੂ ਕਰਵਾਈ ਜਾਵੇ, ਤਾਂ ਕਿ ਕਿਸਾਨਾਂ ਦੇ ਜਿਹੜੇ ਪਹਿਲਾਂ ਹੀ ਉਹ ਤਾਂ ਆਲਰੇਡੀ ਵੱਡੇ ਵੱਡੇ ਜ਼ਖਮ ਲਈ ਫਿਰਦੇ ਨੇ, ਉਹਨਾਂ 'ਤੇ ਨਮਕ ਨਾ ਪਾਓ ਕਿਰਪਾ ਕਰਕੇ। ਉਹਨਾਂ ਦੀ ਫਸਲ ਜਿਹੜੀ ਹੈ ਉਹ ਚੱਕ ਕੇ ਉਹ ਅਗਲੀਆਂ ਫਸਲਾਂ ਬੀਜਣ ਵਾਸਤੇ ਰੈਡੀ ਹੋਣ, ਤਾਂ ਕਿ ਉਹਨਾਂ ਨੂੰ ਟਾਈਮ 'ਤੇ ਉਹਨਾਂ ਨੂੰ ਭੁਗਤਾਨ ਹੋਵੇ। ਫਿਰ ਨਾਲ ਹੁਣ ਵਿੱਚ ਫਰਦ ਵਾਲਾ ਪਾਤਾ, ਫਰਦ ਲਿਆਓ। ਹੁਣ ਜਿਹੜੇ NRI ਨੇ ਉਹ ਕਿੱਥੋਂ ਲਿਆਉਣਗੇ ਫਰਦ? ਹੁਣ ਮੈਂ ਕਿੱਥੋਂ ਲਿਆਉਂਗਾ ਮੇਰੇ ਨਾਨੇ ਦੇ ਨਾਂ ਦੀ ਫਰਦ? ਠੀਕ ਹੈ, ਇਹ ਵੀ ਇੱਕ ਕਾਰਨ, ਇਹ ਵੀ ਇੱਕ ਉਹੀ ਇੱਕ ਰੀਜ਼ਨ ਹੈ ਬਸ ਕਿ ਅਸੀਂ ਫਸਲਾਂ ਖਰੀਦਣ ਤੋਂ ਮੁੱਕਰਨਾ ਹੈ। ਅਸੀਂ ਤਾਂ ਰਹਿੰਦੇ ਹੀ ਸੜਕਾਂ 'ਤੇ ਹਾਂ ਜੀ। ਅਸੀਂ ਤਾਂ ਕਦੋਂ ਅਸੀਂ ਤਾਂ ਇਹੀ ਕਹਿੰਦੇ ਹਾਂ ਕਿ ਕਿਸਾਨਾਂ ਦੇ ਹੱਕ 'ਚ ਜਿੱਥੇ ਜਾਣਾ ਪਿਆ, ਪਹਿਲੇ ਦਿਨੋਂ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ 4 ਜੂਨ ਨੂੰ ਇਹ ਆਰਡੀਨੈਂਸ ਆਇਆ ਸੀ, 5 ਜੂਨ ਨੂੰ ਪ੍ਰੈਸ ਕਾਨਫਰੰਸ ਕੀਤੀ ਸੀ। ਅਸੀਂ ਤਾਂ ਪਹਿਲੇ ਦਿਨ ਉਹਨਾਂ ਦੇ ਨਾਲ ਔਰ ਬਿਨਾਂ ਕਿਸੇ ਪਾਰਟੀ ਦੇ ਝੰਡੇ ਜਾਂ ਬੈਨਰ ਤੋਂ ਅਬੱਬ ਦਾ ਪਾਰਟੀ ਲੈਵਲ ਅਸੀਂ ਉਹਨਾਂ ਦਾ ਸਾਥ ਦਿੰਦੇ ਹਾਂ। ਬੇਅਦਬੀ ਮਾਮਲੇ 'ਚ RS ਬੈਂਸ ਨੂੰ ਲਗਾਇਆ ਗਿਆ ਹੈਗਾ, ਪਹਿਲਾਂ ਤੁਸੀਂ ਕਿਵੇਂ ਦੇਖਦੇ ਹੋ ਕਿ ਕਾਟੋ ਕੇਸ ਦੇ ਬਾਅਦ ਜਿਹੜੇ ਵਕੀਲ ਨੇ ਚੇਂਜ ਕਰੇ ਗਏ ਕਿ ਬੇਅਦਬੀ ਦੀ ਜਿਹੜੀ ਇਨਸਾਫ ਮਿਲੇਗਾ? ਕਿਉਂਕਿ ਉਹੀ ਵਕੀਲ ਨੇ ਜਿਹੜੇ ਜਦੋਂ ਬੇਅੰਤ ਕਾਂਡ ਦੇ ਵਿੱਚ ਜਦੋਂ ਜਿਹੜੇ ਆਰੋਪੀ ਸੀ ਉਹਨਾਂ ਵੱਲੋਂ ਕਿਸ ਦੇਖੋ ਉਹੀ ਹੈ ਨਾ ਜੀ, ਉਹਨਾਂ ਦੇ ਆਪਦੇ ਪ੍ਰਧਾਨ ਨੇ ਸਵਾਲ ਚੁੱਕੇ ਨੇ ਕਿ ਅਲੀ ਬਾਬਾ ਤਾਂ ਚੱਲ ਲਾਤਾ, ਜਿਹੜੇ ਬਾਕੀ ਨੇ 40 ਉਹਨਾਂ 'ਚੋਂ ਤਾਂ ਨਾਲ ਹੀ ਨੇ ਉਹ ਸਾਰੇ। ਸੋ ਇਸ ਕਰਕੇ ਇਕੱਲਾ ਚਿਹਰਾ ਬਦਲ ਕੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਜਿਹੜੀ ਹੈ ਅਸੀਂ ਹੁਣ ਇਮਾਨਦਾਰ ਹੋ ਗਏ ਜੀ, ਆ ਹੋ ਗਏ। ਜੇ ਇੰਜਣ ਬਦਲਣ ਨਾਲ ਇਹ ਨਹੀਂ ਹੈਗਾ ਕਿ ਡੱਬਿਆਂ 'ਚੋਂ ਲੁੱਟ ਖਤਮ ਹੋ ਜਾਊਗੀ। ਇਹਦੇ ਵਾਸਤੇ ਤਾਂ ਸਿਸਟਮ ਦੀ ਜਿਹੜੀ ਹੈ ਉਹ ਸੋਚ ਚਾਹੀਦੀ। ਕੇਜਰੀਵਾਲ ਜਦ ਪੰਜਾਬ ਆਇਆ ਸੀ, ਉਹਨਾਂ ਨੇ ਕੋਈ CM ਦਿੱਤੀ ਦੇ ਬਾਰੇ ਐਲਾਨ ਨਹੀਂ ਕੀਤਾ। ਕਿੰਨੀ ਦੇਰੀ ਹੋ ਗਈ ਹੈ? ਕੋਈ ਨਹੀਂ, ਟਾਈਮ ਤੇ ਕਰ। ਸਰ ਨਵਜੋਤ ਸਿੰਘ ਸਿੱਧੂ ਕੀ ਕਹਿ ਰਹੇ ਨੇ? ਉਹ ਕਹਿੰਦੇ ਐਡਵੋਕੇਟ ਜਨਰਲ ਵੀ ਜਿਹੜਾ ਗਲਤ ਲਗਾਤਾ ਤੇ DGP ਗਲਤ ਲਗਾਤਾ। ਤੁਸੀਂ ਸਹਿਮਤ ਹੋ ਵੀ ਉਹ ਸਹੀ? ਦੇਖੋ ਦਾਗੀ ਅਫਸਰ ਜੇ ਲੱਗੇ ਨੇ, ਨੋਟ ਓਨਲੀ ਅਫਸਰ, ਦਾਗੀ ਮੰਤਰੀ, ਦਾਗੀ ਵਿਧਾਇਕ, ਇਹਦਾ ਮਤਲਬ ਉਹਨੂੰ ਜੇ ਚਿਹਰਾ ਬਦਲਤਾ ਉਹਨਾਂ ਨੂੰ ਕਲੀਨ ਚਿੱਟ ਥੋੜੀ। ਕਿਹੜੇ ਮੰਤਰੀ ਦਾਗੀ ਸਮਝਦੇ ਤੁਸੀਂ? ਜਿਨ੍ਹਾਂ 'ਤੇ ਇਲਜ਼ਾਮ ਲੱਗਦੇ ਨੇ। ਤੁਹਾਨੂੰ ਵੀ ਪਤਾ ਹੋਣਾ, ਇੱਕ ਮਿੰਟ ਜੀ ਗੱਲ ਪੂਰੀ ਕਰ। ਜਿਨ੍ਹਾਂ 'ਤੇ ਇਲਜ਼ਾਮ ਲੱਗਦੇ ਨੇ, ਰਾਣਾ ਗੁਰਜੀਤ ਹੋਰਾਂ 'ਤੇ ਇਲਜ਼ਾਮ ਲੱਗੇ ਉਦੋਂ, ਠੀਕ ਹੈ ਨਾ, ਅਤੇ ਸੁਖ ਸਰਕਾਰੀਆ 'ਤੇ ਇਲਜ਼ਾਮ ਲੱਗੇ, ਕਾਫੀ ਜਿਨ੍ਹਾਂ 'ਤੇ ਇਲਜ਼ਾਮ ਲੱਗਦੇ ਨੇ ਕਿ ਉਹਨਾਂ ਨੇ ਕਪੜੇ ਕੀਤੇ ਨੇ। ਭਾਰਤ ਭੂਸ਼ਣ ਆਸ਼ੂ ਹੋਰਾਂ 'ਤੇ ਇਲਜ਼ਾਮ ਲੱਗੇ ਨੇ। ਜ਼ਿਲ੍ਹੇ ਦੇ ਠੀਕ ਨੇ ਮੰਤਰੀ ਸਹੀ। ਮੈਂ ਤਾਂ ਕਲੀਨ, ਤੁਸੀਂ ਇੱਥੋਂ ਦੇ MP ਆਉਂਦੇ ਹੋ ਜੀ, ਤੁਹਾਨੂੰ ਕੀ ਲੱਗਦਾ ਵਧੀਆ ਵਿਕਾਸ ਕੀਤਾ ਜੀ ਉਹਨਾਂ ਨੇ? ਮੈਂ ਕੋਈ ਕੈਗ ਨਹੀਂ ਹੈਗਾ ਕਿਸੇ ਚੀਜ਼ ਦੀ ਰਿਪੋਰਟ ਦੇਵਾਂ, ਪਰ ਹਾਂ ਜਿਨ੍ਹਾਂ ਦੇ ਦਾਗ ਨੇ ਉਹਨਾਂ ਨੂੰ ਰਿਮੂਵ ਕਰਨਾ ਚਾਹੀਦਾ। ਚੰਨੀ ਸਾਹਿਬ ਨੇ ਕਿਹਾ ਬਿਲਕੁਲ ਕਲੀਨ ਆਮ ਲੋਕਾਂ ਦੀ ਸਰਕਾਰ ਹੋਊਗੀ ਤਾਂ ਬਣਾਓ। ਬਿਆਨ ਆਇਆ ਹੁਣੀ ਵੀ ਜਿਹੜੀ ਝੋਨੇ ਦੀ ਖਰੀਦ 10 ਦਿਨ ਲੇਟ ਹੋਈ ਹੈ ਜਦੋਂ ਕੈਪਟਨ। ਪਰ ਮੈਨੂੰ ਇੰਨਾ ਪਤਾ ਹੈ ਕਿ ਕਾਂਗਰਸ ਸਰਕਾਰ ਨੂੰ ਵੀ ਆਪਦੀਆਂ ਜਿਹੜੀਆਂ ਲੜਾਈਆਂ ਇੱਕ ਦੂਜੇ ਇਲਜ਼ਾਮਬਾਜ਼ੀਆਂ ਛੱਡ ਕੇ ਸਾਥ ਦੇਣਾ ਚਾਹੀਦਾ। ਨਵੀਂ ਪਾਰਟੀ ਐਲਾਨ ਕਰ ਰਹੇ ਮਾਨ ਸਾਹਿਬ ਕੈਪਟਨ ਸਾਹਿਬ ਐਲਾਨ ਕਰ ਰਹੇ ਨਵੀਂ ਪਾਰਟੀ ਦਾ, ਕੈਪਟਨ ਸਾਹਿਬ ਉਹਦੇ ਬਾਰੇ ਕੀ ਕਹਿਣਾ ਜੀ? ਸ਼ੁਭਕਾਮਨਾਵਾਂ ਹੀ ਦੇਵਾਂਗੇ ਜੀ, ਨਵੀਂ ਬਣਾ ਲੈਣ ਪਾਰਟੀ, ਕੋਈ ਗੱਲ ਨਹੀਂ। ਕਾਂਗਰਸ ਪਾਰਟੀ ਦੇ ਨੇਤਾ ਕਹਿ ਰਹੇ ਨੇ ਵੀ ਅਸੀਂ ਤਾਂ ਜਿਹੜੇ ਬਿਜਲੀ ਯੂਨਿਟ ਜਿਹੜੇ ਮਾਫ ਕਰ ਦਿੱਤੇ ਆ, ਪਰ ਉਹਨਾਂ ਨੇ ਤਾਂ ਸਿਰਫ ਆਮ ਆਦਮੀ ਪਾਰਟੀ ਨੇ ਗਰੰਟੀ ਹੀ ਦਿੱਤੀ ਹੈ ਕਦੀ। ਅਸੀਂ ਤਾਂ ਪਹਿਲੇ ਹੀ ਮਾਫ ਕਰਤੇ 300 ਯੂਨਿਟ। ਨਹੀਂ, 4.5 ਸਾਲ ਤੋਂ ਕੀ ਕਰ ਰਹੇ ਸੀਗੇ?
4.5 ਸਾਲ ਤੋਂ ਪਹਿਲਾਂ ਬਿਜਲੀ ਆਉਂਦੀ ਸੀ ਪੰਜਾਬ 'ਚ ਜਾਂ ਮਾਫ ਸੀ ਜਾਂ ਕੀ ਸੀ। ਸੋ ਇਸ ਕਰਕੇ ਇਹ ਹੁਣ ਐਨ ਟਾਈਮ 'ਤੇ ਆ ਕੇ 3 ਮਹੀਨੇ ਸਰਕਾਰ 'ਚ ਰਹਿ ਗਏ। 3 ਮਹੀਨੇ ਵੀ ਨਹੀਂ, ਹੁਣ ਤਾਂ 80-82 ਦਿਨ ਹੀ ਰਹਿ ਗਏ। 80-82 ਦਿਨ 'ਚੋਂ 30-40 ਦਿਨ ਇਹਨਾਂ ਦੇ ਦਿੱਲੀ ਜਾਣਗੇ, ਤਾਂ 30-40 ਦਿਨ ਹੀ ਰਹਿ ਗਏ। ਤਾਂ 30-40 ਦਿਨਾਂ 'ਚੋਂ 10-15 ਦਿਨ ਉਹਨਾਂ ਦੀ ਲੜਾਈ ਲੜੂਈ ਹੋਊਗੀ, 15-20 ਦਿਨ ਹੀ ਰਹਿ ਗਏ। ਪਰ ਕੀ ਕਰ ਲੈਣਗੇ 15-20 ਦਿਨ? ਫੈਸਲਾ ਕੀਤਾ ਜੀ ਹੁਣ ਇਹਨਾਂ ਨੇ ਜਿਹੜਾ ਹੁਣ ਮਾਫ ਕੀਤਾ? ਨਹੀਂ, ਇਹ ਤਾਂ ਦੇਖੋ ਪੂਰਾ ਪੰਜਾਬ ਨੂੰ ਪਹਿਲਾਂ ਕਿਉਂ ਨਹੀਂ, ਪਹਿਲਾਂ ਵਾਲਿਆਂ 'ਤੇ ਕਿਉਂ ਨਹੀਂ ਗੱਲ ਕਰਦੇ? ਇਹ ਘਰ ਘਰ ਨੌਕਰੀ ਦੀ ਗੱਲ ਕਿਉਂ ਨਹੀਂ ਕਰਦੇ? ਇਹ ਕਿਸਾਨਾਂ ਦੇ ਪੂਰੇ ਕਰਜ਼ੇ, ਸਾਰੇ ਕਰਜ਼ੇ ਆੜਤੀਆਂ ਦੇ ਵੀ, ਬੈਂਕਾਂ ਦੇ ਵੀ ਤੇ ਪ੍ਰਾਈਵੇਟ ਵੀ, ਤੇ ਮਾਫ ਕਰਨ ਦੀ ਗੱਲ, ਉਹਦੀ ਗੱਲ ਕਿਉਂ ਨਹੀਂ ਕਰਦੇ? ਸੋ ਇਹ ਤਾਂ ਹੁਣ ਉਹੀ ਜਿਹੜੇ ਨੇ ਛੋਟੇ ਛੋਟੇ ਪੈਚ ਵਰਕ ਜਾਂ ਕਰਦੇ ਨੇ। ਚੰਨੀ ਸਾਹਿਬ ਨੇ ਪਹਿਲਾਂ ਵੀ ਕਿਹਾ ਸੀ ਵੀ ਅਸੀਂ ਸੜਕਾਂ 'ਤੇ ਪੈਚ ਵਰਕ ਕਰਤਾ ਸੀ। ਮੁਹੱਲਾ ਕਲੀਨਿਕ ਖੋਲ੍ਹਣ ਦੀ ਜਿਹੜੀ ਦਾਅਵਾ ਕੀਤਾ, ਪਰ ਲੇਕਿਨ ਸੁਖਬੀਰ ਬਾਦਲ ਫੋਟੋਆਂ ਲੈ ਆਏ ਦਿੱਲੀ ਦੀਆਂ ਕਿ ਇਹਨਾਂ ਨੂੰ ਬੜੇ ਵੱਡੇ ਲੰਗਰ ਫਿਰਦੇ ਨੇ, ਕੂੜਾ ਪਿਆ ਜੀ, ਸਾਰਾ ਕੁਝ ਬੰਦ ਪਏ ਨੇ। ਸੁਖਬੀਰ ਬਾਦਲ ਨੂੰ ਜ਼ਿਆਦਾ ਸੀਰੀਅਸ ਨਾ ਲਿਆ ਕਰੋ, ਚਲੋ ਉਹ ਤਾਂ ਫਿਰਦਾ ਰਹਿੰਦਾ ਹੈ। ਮਾਨ ਸਾਹਿਬ, ਉਹਦਾ ਆਪ ਕੋਈ ਦਾ ਖਾਸ ਅਲਾਈਅੰਸ ਹੋਣ ਦੀ ਸੰਭਾਵਨਾ ਪੰਜਾਬ ਦੇ ਵਿੱਚ ਕਿਸੇ ਪਾਰਟੀ ਨਾਲ? ਕੋਈ ਹਜੇ ਅਲਾਇੰਸ ਦਾ ਸਾਡਾ ਨਾ ਹੀ ਕੋਈ ਗੱਲ ਚੱਲੀ ਹੈ ਕਿਸੇ ਵੀ ਲੈਵਲ 'ਤੇ, ਨਾ ਪੰਜਾਬ ਲੈਵਲ 'ਤੇ ਨਾ ਦਿੱਲੀ ਲੈਵਲ। ਮਾਨ ਸਾਹਿਬ, ਜੇ ਕੈਪਟਨ ਅਲੱਗ ਪਾਰਟੀ ਬਣਾਉਂਦੇ ਨੇ ਤਾਂ ਕੋਈ ਪੈਚਅਪ ਹੋਣ ਦੀ ਸੰਭਾਵਨਾ? ਨਹੀਂ ਜੀ, ਤਾਂ ਫਿਰ ਹਾਈਪੋਥੈਟੀਕਲ ਕੁਐਸਚਨ ਹੈ। ਪਹਿਲੀ ਗੱਲ ਤਾਂ ਕੈਪਟਨ ਸਾਹਿਬ ਦਾ ਇਹ ਨਹੀਂ ਪਤਾ ਕਾਂਗਰਸ 'ਚ ਰਹਿਣਗੇ, ਕੋਈ ਕਹਿੰਦਾ ਰਹੂਗਾ, ਕੋਈ ਕਹਿੰਦਾ ਨਹੀਂ ਰਹੂਗਾ। ਕਾਂਗਰਸ ਛੱਡਣ ਨੂੰ ਤਾਂ ਗੱਲ ਕਰ ਚੁੱਕੇ ਨੇ। ਚਲੋ ਉਹ 'ਚ ਤੀਜਾ ਫਰੰਟ ਬਣਦਾ, ਉਹਦੇ ਵਿੱਚ ਆਪ ਤੇ ਬਣ ਸਕਦਾ? ਨਹੀਂ, ਅਸੀਂ ਸਾਡਾ ਆਮ ਆਦਮੀ ਪਾਰਟੀ ਵੱਲੋਂ ਕੋਈ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ 4.5 ਸਾਲ ਪੰਜਾਬ ਦੀ ਜਨਤਾ ਨੂੰ ਮਤਲਬ ਧੋਖਾ ਦਿੱਤਾ, ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ? ਮਾਨ ਸਾਹਿਬ, ਅਕਾਲੀ ਦਲ ਸੰਯੁਕਤ ਦਾ ਵੀ ਕਾਫੀ ਟਾਈਮ ਤੋਂ ਰੌਲਾ ਚੱਲ ਰਿਹਾ, ਤੁਹਾਡੇ ਨਾਲ ਗੱਲਬਾਤ ਦਾ ਆਪਣਾ ਉਹ ਤੁਸੀਂ ਚਲਾ ਦਿੰਦੇ ਹੁੰਦੇ ਹੋ, ਸਾਡਾ ਤਾਂ ਕੋਈ ਰੌਲਾ ਨਹੀਂ ਚੱਲ ਰਿਹਾ, ਤੁਸੀਂ ਚਲਾ ਦਿੰਦੇ ਹੋ ਆਪ। ਸਰ ਟਿਕਟਾਂ ਕਦੋਂ ਅਨਾਉਂਸ ਹੋਣਗੀਆਂ ਸਰ? ਟਾਈਮ ਥੋੜਾ ਰਹਿ ਗਿਆ, ਬਾਕੀ ਪਾਰਟੀਆਂ ਕਰ ਰਹੀਆਂ ਨੇ। 50 ਟਿਕਟਾਂ ਰਹਿ ਗਈਆਂ। ਹਾਂਜੀ, ਮਤਲਬ ਨਹੀਂ, ਲੋਕ ਸਾਡੇ ਉਹ ਤਾਂ ਅਨਾਉਂਸ ਹੋ ਗਏ, ਹਲਕਾ ਇੰਚਾਰਜ 50 ਰਹਿ ਗਏ, ਤੇ ਉਸ ਤੋਂ ਬਾਅਦ ਫਿਰ ਟਿਕਟਾਂ ਦਾ ਕਿੰਨਾ ਸਿਲਸਿਲਾ। ਟਾਈਮ ਹੋਰ ਲਾਉਂਗੇ ਜੀ? ਮੁੱਖ ਮੰਤਰੀ ਵੀ ਲੇਟ ਕਰ ਰਹੇ ਨੇ ਤੇ ਕੰਮ ਵੀ ਕਰਨਾ ਜੀ ਉਹਨਾਂ ਨੇ। ਇਲੈਕਸ਼ਨਾਂ ਤਾਂ ਉਦੋਂ ਹੀ ਲੜਾਂਗੇ ਜਦੋਂ ਇਲੈਕਸ਼ਨ ਕਮਿਸ਼ਨ ਨੇ ਡੇਟ ਦਿੱਤੀ। ਇਹ ਤਾਂ ਨਹੀਂ ਹੈ ਸਕਦਾ ਕਿ ਸਾਡੀ ਕੋਈ ਹੋਰ ਪਲਾਨ। ਜਿਹੜੇ ਹਲਕਾ ਇੰਚਾਰਜ ਐਲਾਨ ਕੀਤੇ ਨੇ ਕਿ ਇਹਨਾਂ ਨੂੰ ਟਿਕਟ ਮਿਲੂਗੀ? ਨਹੀਂ, ਜ਼ਰੂਰੀ ਨਹੀਂ ਹੈਗਾ ਕਿ ਹਲਕਾ ਇੰਚਾਰਜ ਦਾ ਮਤਲਬ। ਤੁਸੀਂ ਕਿੱਥੇ ਲੜਨਾ? ਨਹੀਂ, ਮੇਰਾ ਹਜੇ ਕੋਈ ਇਰਾਦਾ ਨਹੀਂ। ਜਿੱਥੋਂ ਮੇਰੀ ਪਾਰਟੀ ਮੈਨੂੰ ਕੋਈ ਵੀ ਡਿਊਟੀ ਲਾਊਗੀ, ਮੈਂ ਮਾਨ ਸਾਹਿਬ ਇੱਕ ਜਵਾਬ ਦਿਓ। ਤੁਸੀਂ ਚਲੋ ਇਹ ਦੱਸਦਾ ਵੀ ਸੀਐਮ ਦਾ ਹੋ ਜੇ, ਮੈਂ ਚਿਹਰਾ ਹੀ ਦੱਸਦਾ ਕਿ ਸੀਐਮ ਦਾ ਚਿਹਰਾ ਮੈਂਬਰ ਪਾਰਲੀਮੈਂਟ ਵੀ ਹੋ ਸਕਦਾ? ਦੇਖੋ ਜੀ, ਆਮ ਆਦਮੀ ਪਾਰਟੀ ਬੈਠੂਗੀ, ਪੀਏਸੀ ਬੈਠੂਗੀ, ਡਿਸਕਸ ਹੋਊਗਾ ਤੇ ਬਹੁਤ ਸਾਰੀਆਂ ਚੀਜ਼ਾਂ ਡਿਸਕਸ ਹੋਣਗੀਆਂ। ਉਸ ਤੋਂ ਬਾਅਦ ਜੋ ਵੀ ਹੋਊਗਾ ਸਭ ਤੋਂ ਪਹਿਲਾਂ ਤੁਹਾਨੂੰ ਦੱਸੂ।